ਗੁੱਡ ਮਾਰਨਿੰਗ ਸਟੂਡੈਂਟਸ। ਸਾਡਾ ਅੱਜ ਦਾ ਟੌਪਿਕ ਹੈ ਸਿੰਪਲ ਕੰਪਾਊਂਡ ਔਰ ਕੰਪਲੈਕਸ ਸੈਂਟੈਂਸਸ। ਬੱਚੇ ਆਇਲਸ ਦਾ ਪੇਪਰ ਦੇਣ ਜਾਂਦੇ ਆ, ਬੜੀ ਵਧੀਆ ਆਨਸਰਸ ਦੇ ਕੇ ਆਉਂਦੇ ਆ ਔਰ ਆ ਕੇ ਕਹਿੰਦੇ ਆ ਕਿ ਸਾਡਾ ਪੇਪਰ ਬਹੁਤ ਵਧੀਆ ਆਇਆ। ਪਰ ਜਦੋਂ ਉਹਨਾਂ ਦਾ ਰਿਜ਼ਲਟ ਆਉਂਦਾ, ਉਹਨਾਂ ਦੀ ਰਾਈਟਿੰਗ ਔਰ ਸਪੀਕਿੰਗ 'ਚੋਂ ਜਿਹੜੇ ਬੈਂਡਸ ਹੈ ਉਹ 5.5 ਜਾਂ 6 ਤੋਂ ਉੱਪਰ ਨਹੀਂ ਜਾ ਪਾਉਂਦੇ। ਉਹਦਾ ਕਾਰਨ ਕੀ ਹੈ? ਬੇਸ਼ੱਕ ਤੁਸੀਂ ਸਾਰੇ ਕੁਐਸਚਨਸ ਦੇ ਆਨਸਰ ਜ਼ਰੂਰ ਦਿੱਤੇ ਹੋਣਗੇ, ਪਰ ਤੁਸੀਂ ਕੀ ਕੀਤਾ, ਆਪਣੇ ਆਨਸਰ 'ਚ ਵੈਰਾਈਟੀ ਨਹੀਂ ਦਿਖਾਈ। ਵੈਰਾਈਟੀ ਇਨ ਦਾ ਸੈਂਸ ਕਿ ਤੁਸੀਂ ਸਿੰਪਲ ਸੈਂਟੈਂਸਿਸ 'ਚ ਆਨਸਰ ਦੇ ਕੇ ਆ ਜਾਂਦੇ ਹੋ। ਅਗਰ ਤੁਸੀਂ ਵਧੀਆ ਬੈਂਡ ਸਕੋਰ ਲੈਣੇ ਹੈ ਤਾਂ ਐਗਜ਼ਾਮੀਨਰ ਨੂੰ ਤੁਸੀਂ ਡਿਫਰੈਂਟ ਕਾਈਂਡ ਆਫ ਵੈਰਾਈਟੀਜ਼ ਦੇ ਨਾਲ ਇੰਪ੍ਰੈਸ ਕਰਨਾ ਹੈ। ਜਿਸ ਤਰ੍ਹਾਂ ਕੰਪਾਊਂਡ ਸੈਂਟੈਂਸ ਯੂਜ਼ ਕਰੋ, ਕੰਪਲੈਕਸ ਯੂਜ਼ ਕਰੋ, ਪੈਸਿਵ ਵਾਇਸ ਯੂਜ਼ ਕਰੋ, ਜਿਹਦੇ ਨਾਲ ਜਿਹੜਾ ਐਗਜ਼ਾਮੀਨਰ ਹੈ ਉਹ ਤੁਹਾਡੇ ਤੋਂ ਇੰਪ੍ਰੈਸ ਹੋ ਕੇ ਤੁਹਾਨੂੰ ਅੱਛੇ ਬੈਂਡ ਸਕੋਰ ਦੇਵੇ। ਸੋ ਅੱਜ ਆਪਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਡਿਸਕਸ ਕਰਾਂਗੇ ਕਿ ਆਪਾਂ ਕੰਪਾਊਂਡ ਔਰ ਕੰਪਲੈਕਸ ਸੈਂਟੈਂਸ ਕਿਸ ਤਰ੍ਹਾਂ ਬਣਾ ਸਕਦੇ ਹਾਂ। ਬਾਕੀ ਜਿਹੜਾ ਪੈਸਿਵਾਈਜ਼ ਦੀ ਗੱਲ ਹੈ ਉਹ ਆਪਾਂ ਨੈਕਸਟ ਵੀਡੀਓ 'ਚ ਕਰਾਂਗੇ। ਫਿਲਹਾਲ ਆਪਾਂ ਦੇਖਦੇ ਹਾਂ ਹਾਊ ਟੂ ਮੇਕ ਕੰਪਾਊਂਡ ਐਂਡ ਕੰਪਲੈਕਸ ਸੈਂਟੈਂਸਸ। ਸੋ ਲੈਟਸ ਗੈਟ ਸਟਾਰਟਿਡ। ਸੋ ਆਪਣੇ ਸਾਹਮਣੇ ਪੇਪਰ ਆ ਗਿਆ ਜੀ। ਇਹਦੇ 'ਚ ਕੀ ਲਿਖਿਆ ਹੈ? ਸਿੰਪਲ ਕੰਪਾਊਂਡ ਐਂਡ ਕੰਪਲੈਕਸ ਸੈਂਟੈਂਸਸ। ਸੋ ਜੇਕਰ ਪਹਿਲਾਂ ਆਪਾਂ ਸਿੰਪਲ ਸੈਂਟੈਂਸਸ ਦੀ ਗੱਲ ਕਰਾਂਗੇ ਤਾਂ ਸਿੰਪਲ ਸੈਂਟੈਂਸ ਕੀ ਹੁੰਦਾ ਹੈ? ਸਿੰਪਲ ਸੈਂਟੈਂਸ ਉਹ ਹੁੰਦਾ ਜਿਹਦੇ 'ਚ ਇੱਕ ਸਬਜੈਕਟ ਹੈ, ਇੱਕ ਵਰਬ ਹੈ ਔਰ ਇਹ ਇੱਕ ਕੰਪਲੀਟ ਥਾਟ ਦੱਸ ਰਿਹਾ ਸਾਨੂੰ। ਜਿੱਦਾਂ ਫॉर एग्जांपल सचिन प्लेज क्रिकेट, सचिन क्रिकेट खेलता है। ਇਹਦੇ 'ਚ सचिन ਕੀ ਹੈਗਾ? सचिन सब्जैक्ट है, प्लेज ਕੀ ਹੈਗਾ? ਇੱਕ ਵਰਬ ਹੈ ਔਰ ਉਹ ਇਹ ਜਿਹੜਾ ਸੈਂਟੈਂਸ ਹੈ ਇਹ ਆਪਣੇ ਆਪ 'ਚ ਇੱਕ ਕੰਪਲੀਟ ਸਾਨੂੰ ਇਨਫੋਰਮੇਸ਼ਨ ਦੇ ਰਿਹਾ ਕਿ ਸਚਿਨ ਕ੍ਰਿਕਟ ਖੇਲਤਾ ਹੈ। ਸੋ ਆਪਾਂ ਇਹਨੂੰ ਕੀ ਕਹਾਂਗੇ? ਸਿੰਪਲ ਸੈਂਟੈਂਸ। ਥੋੜੀ ਹੋਰ ਐਗਜ਼ਾਮਪਲ ਦੇਖ ਲਓ ਸਿੰਪਲ ਸੈਂਟੈਂਸਸ ਦੀਆਂ। ਦ ਟ੍ਰੇਨ ਵਾਜ਼ ਲੇਟ, ਆਈ ਐਮ ਅ ਟੀਚਰ, my wife is a doctor, my mother is sick, my mother is going to the doctor. A simple sentence is also called an independent clause or a main clause. ਮਤਲਬ ਆਪਾਂ ਨੂੰ ਨਾ ਇਹ ਨਵੀਆਂ ਨਵੀਆਂ ਚੀਜ਼ਾਂ, ਡਿਫਰੈਂਟ ਨਾਮ ਹੀ ਜਿਹੜੇ ਆ ਇਹ ਸਾਨੂੰ ਉਲਝਾਈ ਰੱਖਦੇ ਆ। ਆਪਾਂ ਇਹਨਾਂ ਨਾਮ ਦੇ ਵਿੱਚ ਨਹੀਂ ਪੈਣਾ ਕਿ ਕੰਪਾਊਂਡ ਕੀ ਹੁੰਦਾ, ਕੰਪਲੈਕਸ। ਤੁਸੀਂ ਮੇ ਬੀ ਕੰਪਾਊਂਡ ਔਰ ਕੰਪਲੈਕਸ ਆਲਰੇਡੀ ਯੂਜ਼ ਕਰਦੇ ਵੀ ਹੋਵੋਗੇ, ਪਰ ਜਦੋਂ ਆਪਾਂ ਇਹਨਾਂ ਦਾ ਨਾਮ ਸੁਣੀਦਾ ਨਾ, ਨਾਮ ਸੁਣ ਕੇ ਆਪਾਂ ਡਰ ਜੀਦਾ ਵੀ ਇਹ ਬੜੇ ਔਖੇ ਲੱਗਦੇ ਆ, ਔਖੇ ਹੋਣੇ ਆ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਆਪਾਂ ਸਿੰਪਲ ਤਰੀਕੇ ਨਾਲ ਪੜਾਂਗੇ, ਠੀਕ ਹੈ। ਹੁਣ ਇੱਕ ਸਿੰਪਲ ਸੈਂਟੈਂਸ ਹੈ, ਉਹਨੂੰ ਆਪਾਂ ਇੰਡੀਪੈਂਡੈਂਟ ਕਲੌਜ਼ ਵੀ ਕਹਿ ਸਕਦੇ ਹਾਂ ਔਰ ਮੇਨ ਕਲੌਜ਼ ਵੀ ਕਹਿ ਸਕਦੇ ਹਾਂ। ਇੰਡੀਪੈਂਡੈਂਟ ਕਲੌਜ਼ ਦਾ ਮਤਲਬ ਕੀ ਹੈਗਾ? ਆਪਣੀ ਸੈਂਟੈਂਸ ਤੋਂ ਹੀ ਕਲੀਅਰ ਹੈ। ਦ ਟ੍ਰੇਨ ਵਾਜ਼ ਲੇਟ, ਮਤਲਬ ਇਹ ਇੱਕ ਇੰਡੀਪੈਂਡੈਂਟ ਮੀਨਸ ਵਿਚ ਦ ਸੈਂਟੈਂਸ ਵਿਚ ਕੈਨ ਸਟੈਂਡ ਅਲੋਨ। ਆਪਣੇ ਆਪ 'ਚ ਇਹ ਆਪਣਾ ਇੱਕ ਮਤਲਬ ਦੱਸ ਰਿਹਾ, ਇਸ ਲਈ ਆਪਾਂ ਇਹਨੂੰ ਕੀ ਕਹਿ ਰਹੇ ਹਾਂ? ਇੰਡੀਪੈਂਡੈਂਟ ਕਲੌਜ਼। ਕਿਉਂਕਿ ਇਹ ਆਪਣਾ ਮੀਨਿੰਗ ਦੱਸਣ ਦੇ ਲਈ ਕਿਸੇ ਹੋਰ ਕਲੌਜ਼ ਦੇ ਉੱਪਰ ਡਿਪੈਂਡ ਨਹੀਂ ਹੈਗਾ, ਕਿਸੇ ਹੋਰ ਸੈਂਟੈਂਸ ਦੇ ਉੱਪਰ ਡਿਪੈਂਡ ਨਹੀਂ ਹੈਗਾ। ਦੂਸਰੀ ਜਿਹੜੀ ਕੈਟਾਗਰੀ ਆ ਜਾਂਦੀ ਹੈ ਉਹ ਆ ਜਾਂਦੀ ਹੈ ਕੰਪਾਊਂਡ ਸੈਂਟੈਂਸ। ਸਿੰਪਲ ਸੈਂਟੈਂਸ ਤੁਸੀਂ ਦੇਖ ਲਏ ਔਰ ਤੁਸੀਂ ਮੇ ਬੀ ਯੂਜ਼ ਵੀ ਕਰਦੇ ਹੋ। ਕੰਪਾਊਂਡ ਸੈਂਟੈਂਸ ਦੇ ਵਿੱਚ ਕੀ ਹੈਗਾ? ਅ ਕੰਪਾਊਂਡ ਸੈਂਟੈਂਸ ਇਜ਼ ਅ ਸੈਂਟੈਂਸ ਦੈਟ ਹੈਜ਼ ਮੋਰ ਦੈਨ ਵਨ ਮੇਨ ਕਲੌਜ਼। ਹੁਣ ਇਹ ਉੱਪਰ ਪੜ੍ਹੀਆਂ ਆਪਾਂ ਨੇ ਮੇਨ ਕਲੌਜ਼ਸ। ਦੋ ਮੇਨ ਕਲੌਜ਼ਸ ਜਾਂ ਦੋ ਤੋਂ ਵੱਧ ਮੇਨ ਕਲੌਜ਼ਸ ਨੂੰ ਆਪਸ ਦੇ ਵਿੱਚ ਜੋੜ ਕੇ ਜਿਹੜਾ ਸੈਂਟੈਂਸ ਬਣਦਾ ਉਹਨੂੰ ਆਪਾਂ ਕੀ ਕਹਿੰਦੇ ਆ? ਕੰਪਾਊਂਡ ਸੈਂਟੈਂਸ। ਲਾਈਕ it should have at least two main clauses and they can be combined using a comma and a coordinating conjunction। ਆਪਾਂ ਜੋੜਦੇ ਕਿਹਦੇ ਨਾਲ ਆ? ਦੋ ਮੇਨ ਸੈਂਟੈਂਸਸ ਨੂੰ ਇੱਕ ਕੋਆਰਡੀਨੇਟਿੰਗ ਕੰਜੰਕਸ਼ਨ ਦੇ ਨਾਲ, ਔਰ ਉਹਦੇ 'ਚ ਆਪਾਂ ਇੱਕ ਕੌਮਾ ਦਾ ਇਸਤੇਮਾਲ ਕਰਦੇ ਹਾਂ। ਫੋਰ ਐਗਜ਼ਾਮਪਲ, ਆਈ ਵੇਟਿਡ ਫॉर द बस बट इट वाज लेट। ਹੁਣ ਇੱਥੇ ਕੀ ਹੈ? ਦੋ ਸੈਂਟੈਂਸ ਆ ਗਏ, ਦੋਨੋਂ ਇੰਡੀਪੈਂਡੈਂਟ ਹੈ। ਦੇਖੋ, ਆਈ ਵੇਟਿਡ ਫॉर द बस, ਦ ਬੱਸ ਵਾਜ਼ ਲੇਟ। ਦੋ ਇੰਡੀਪੈਂਡੈਂਟ ਸੈਂਟੈਂਸਸ ਨੂੰ ਇੱਥੇ ਜੋੜਿਆ ਕਿਹਦੇ ਨਾਲ ਹੈ? ਬਟ ਲਗਾ ਕੇ। ਆਈ ਵੇਟਿਡ ਫॉर द बस ਕੌਮਾ ਬਟ ਇਟ ਵਾਜ਼ ਲੇਟ। ਹੁਣ ਇਹ ਇੱਕ ਸੈਂਟੈਂਸ, ਇੱਕ ਕੰਪਲੀਟ ਸੈਂਟੈਂਸ ਬਣ ਗਿਆ। ਦੋ ਸਿੰਪਲ ਸੈਂਟੈਂਸਸ ਨੂੰ ਜੋੜ ਕੇ ਇੱਕ ਆਪਾਂ ਨੇ ਕੀ ਬਣਾਤਾ? ਕੰਪਾਊਂਡ ਸੈਂਟੈਂਸ। ਹੁਣ ਪਿੱਛੇ ਆਪਾਂ ਪੜ੍ਹਿਆ ਸੀ ਆਈ ਐਮ ਅ ਟੀਚਰ, ਮਾਈ ਵਾਈਫ ਇਜ਼ ਅ ਡਾਕਟਰ। ਹੁਣ ਇਹ ਦੋ ਸੈਂਟੈਂਸਸ ਨੇ। ਜੇਕਰ ਆਪਾਂ ਇਹਨਾਂ ਨੂੰ ਦੋਵਾਂ ਨੂੰ ਜੋੜ ਕੇ ਇੱਕ ਸੈਂਟੈਂਸ ਬਣਾ ਦਈਏ ਤਾਂ ਇਹ ਦੇਖਣ 'ਚ ਵੀ ਸੋਹਣਾ ਲੱਗੇਗਾ। ਜਿਸ ਤਰ੍ਹਾਂ ਕੀ ਹੈ? ਆਈ ਐਮ ਅ ਟੀਚਰ ਐਂਡ ਮਾਈ ਵਾਈਫ ਇਜ਼ ਅ ਡਾਕਟਰ। ਸੋ ਇਹ ਇੱਕ ਕੰਪਲੀਟ ਸੈਂਟੈਂਸ ਬਣ ਗਿਆ ਦੋ ਮੇਨ ਕਲੌਜ਼ਸ ਨੂੰ, ਦੋ ਸਿੰਪਲ ਸੈਂਟੈਂਸਸ ਨੂੰ ਜੋੜ ਕੇ। Now we have one compound sentence with two independent clause combined using the conjunction and.
ਮਾਈ ਮਦਰ ਇਜ਼ ਸਿਕ, ਇੱਕ ਸੈਂਟੈਂਸ ਸੀ। ਮਾਈ ਮਦਰ ਇਜ਼ ਗੋਇੰਗ ਟੂ ਦਾ ਡਾਕਟਰ। ਹੁਣ ਮਾਈ ਮਦਰ ਨੂੰ ਡਾਕਟਰ ਕੋਲ ਜਾਣ ਦੀ ਜ਼ਰੂਰਤ ਕਿਉਂ ਪਈ? ਕਿਉਂਕਿ ਉਹ ਸਿੱਕ ਸੀ, ਹੈ ਨਾ। ਇਹ ਦੋਨੋਂ ਸੈਂਟੈਂਸ ਜਿਹੜੇ ਹੈ ਇਹ ਆਪਸ 'ਚ ਰਿਲੇਟ ਹੋ ਰਹੇ ਆ। ਫਿਰ ਕਿਉਂ ਨਾ ਆਪਾਂ ਇਹਨਾਂ ਦਾ ਇੱਕ ਸੈਂਟੈਂਸ ਬਣਾ ਦਈਏ। ਮਾਈ ਮਦਰ ਇਜ਼ ਸਿਕ ਸੋ ਸ਼ੀ ਇਜ਼ ਗੋਇੰਗ ਟੂ ਦਾ ਡਾਕਟਰ। ਹੁਣ ਸੋ ਲਗਾ ਕੇ ਕੀ ਕੀਤਾ ਆਪਾਂ ਨੇ, ਇਹ ਦੋਨੋਂ ਜਿਹੜੇ ਸੀਗੇ ਸਿੰਪਲ ਸੈਂਟੈਂਸਿਸ ਇਹਨਾਂ ਨੂੰ ਜੋੜ ਦਿੱਤਾ ਹੈ। ਸ਼ੀ ਟਰਾਈਡ ਟੂ ਲਿਫਟ ਦਾ ਬਾਕਸ ਵਾਜ਼ ਟੂ ਹੈਵੀ। ਹੁਣ ਇਹਦਾ ਕੰਪਾਊਂਡ ਕਿਸ ਤਰ੍ਹਾਂ ਬਣਾਵਾਂਗੇ? ਸ਼ੀ ਟਰਾਈਡ ਟੂ ਲਿਫਟ ਦਾ ਬਾਕਸ ਬਟ ਇਟ ਵਾਜ਼ ਟੂ ਹੈਵੀ। ਹੁਣ ਆਪਾਂ ਨੇ ਇਟ ਨੂੰ ਕਿਉਂ ਯੂਜ਼ ਕੀਤਾ? ਇਟ ਇਜ਼ ਅ ਪ੍ਰੋਨਾਊਨ ਜਿਹੜਾ ਕਿ ਕਿਹਨੂੰ ਰਿਪਲੇਸ ਕਰ ਰਿਹਾ? ਬਾਕਸ ਨੂੰ, ਟੂ ਅਵੋਇਡ ਦਾ ਰੈਪੀਟੀਸ਼ਨ। ਹੁਣ ਦੇਖੋ ਇਹ ਸੈਂਟੈਂਸ ਕਿਸ ਤਰ੍ਹਾਂ ਸਿਲੀ ਲੱਗ ਰਿਹਾ ਸਾਨੂੰ। ਸ਼ੀ ਟਰਾਈਡ ਟੂ ਲਿਫਟ ਦਾ ਬਾਕਸ ਵਾਜ਼ ਟੂ ਹੈਵੀ। ਆਪਾਂ ਆਇਲਸ ਦੇ ਵਿੱਚ ਇਹ ਵੀ ਤਾਂ ਕਹੀਦਾ ਕਿ ਰੈਪੀਟੀਸ਼ਨ ਨਹੀਂ ਕਰਨੀ, ਹੈ ਨਾ। ਸੋ ਇੱਥੇ ਦੁਬਾਰਾ ਦਾ ਬਾਕਸ ਲਗਾਉਣ ਦੀ ਬਜਾਏ ਆਪਾਂ ਦਾ ਬਾਕਸ ਦੀ ਜਗ੍ਹਾ ਤੇ ਕੀ ਯੂਜ਼ ਕਰ ਲਿਆ? ਇਟ, ਔਰ ਦੋਨੋਂ ਸੈਂਟੈਂਸਿਸ ਨੂੰ ਜੋੜ ਦਿੱਤਾ ਬਟ ਦੇ ਨਾਲ। ਵੀ ਕੈਨ ਟੇਕ ਏ ਬੱਸ ਟੂ ਦਾ ਮਿਊਜ਼ੀਅਮ, ਵੀ ਕੈਨ ਜਸਟ ਵਾਕ ਦੇਅਰ। ਹੁਣ ਇਹਦੇ 'ਚ ਦੋ ਆਪਸ਼ਨਸ ਦੱਸੀਆਂ, ਤੁਸੀਂ ਜਾਣਾ ਕਿੱਥੇ ਹੈ? ਮਿਊਜ਼ੀਅਮ ਜਾਣਾ ਹੈ। ਜਾਂ ਤਾਂ ਤੁਸੀਂ ਬੱਸ ਲੈ ਕੇ ਜਾ ਸਕਦੇ ਹੋ ਜਾਂ ਤੁਸੀਂ ਪੈਦਲ ਵੀ ਜਾ ਸਕਦੇ ਹੋ। ਸੋ ਇਹਦਾ ਕੰਪਾਊਂਡ ਕਿਸ ਤਰ੍ਹਾਂ ਬਣੇਗਾ? ਵੀ ਕੈਨ ਟੇਕ ਅ ਬੱਸ ਟੂ ਦਾ ਮਿਊਜ਼ੀਅਮ, ਔਰ ਕਿਉਂਕਿ ਆਪਸ਼ਨ ਆ ਗਈ ਨਾ, ਜਦੋਂ ਦੋ ਆਪਸ਼ਨਸ ਦਿੱਤੀਆਂ ਹੋਣ ਇੱਕ ਦੋਨਾਂ 'ਚੋਂ, ਤਾਂ ਫਿਰ ਉੱਥੇ ਆਪਾਂ ਕੀ ਯੂਜ਼ ਕਰੀਦਾ? ਔਰ। we can take a bus to the museum or we can just walk there. She dropped her phone on the floor, the phone broke. ਹੁਣ ਦੋਨੋਂ ਸੈਂਟੈਂਸ ਇੱਕ ਦੂਜੇ ਨਾਲ ਰਿਲੇਟਡ ਨੇ। ਜੇ ਫੋਨ ਨੀਚੇ ਗਿਰਿਆ ਤੇ ਤਾਂ ਹੀ ਟੁੱਟਿਆ। ਸੋ she dropped her phone on the floor and it broke। ਇਹਨੂੰ ਜੋੜ ਕਰ ਦੇਣਾ ਦਿੱਤਾ ਆਪਾਂ ਨੇ ਐਂਡ ਨਾਲ। ਨੈਕਸਟ ਇੱਕ ਹੋਰ ਐਗਜ਼ਾਮਪਲ ਦੇਖਦੇ ਹਾਂ। ਇਹਦੇ 'ਚ ਤਿੰਨ ਸੈਂਟੈਂਸ ਆ ਗਏ। ਪਹਿਲਾ ਕੀ ਹੈ? ਆਈ ਟੋਲਡ ਮਾਈ ਰੂਮਮੇਟ ਟੂ ਟਰਨ ਡਾਊਨ ਦਾ ਟੀਵੀ। ਮੈਂ ਆਪਣੇ ਰੂਮਮੇਟ ਨੂੰ ਟੀਵੀ ਟਰਨ ਡਾਊਨ ਕਰਨ ਲਈ ਕਿਹਾ। ਮੇਬੀ ਮੈਂ ਬੋਰ ਹੋ ਰਿਹਾ ਹੋਵਾਂਗਾ, ਉਹਦੇ ਜੋ ਉਹਨੇ ਟੀਵੀ ਤੇ ਲਗਾਇਆ ਮੈਨੂੰ ਪਸੰਦ ਨਹੀਂ ਹੈ। ਹੀ ਡਿਡ ਨਾਟ, ਉਹਨੇ ਨਹੀਂ ਕੀਤਾ ਟਰਨ ਡਾਊਨ। ਆਈ ਗਾਟ ਅਪ ਐਂਡ ਲੈਫਟ। ਇਹਦੇ 'ਚ ਤਿੰਨ ਕੰਮ ਹੋਏ। ਇੱਕ ਤਾਂ ਮੈਂ ਉਹਨੂੰ ਕਿਹਾ, ਦੂਸਰਾ ਉਹਨੇ ਨਹੀਂ ਮੰਨੀ ਮੇਰੀ ਗੱਲ, ਔਰ ਤੀਸਰਾ ਫਿਰ ਮੈਂ ਉੱਠ ਕੇ ਬਾਹਰ ਚਲਾ ਗਿਆ। ਹੁਣ ਇਹਨਾਂ ਤਿੰਨਾਂ ਨੂੰ ਆਪਾਂ ਜੋੜ ਸਕਦੇ ਹਾਂ ਕਿਉਂਕਿ ਤਿੰਨੇ ਇੱਕ ਦੂਜੇ ਨਾਲ ਰਿਲੇਟਡ ਨੇ ਸੈਂਟੈਂਸ। ਆਈ ਟੋਲਡ ਮਾਈ ਰੂਮਮੇਟ ਟੂ ਟਰਨ ਡਾਊਨ ਦਾ ਟੀਵੀ ਬਟ, ਪਰ ਉਹ ਨਹੀਂ ਮੰਨਿਆ। ਬਟ ਹੀ ਡਿਡ ਨਾਟ, ਕੌਮਾ, ਸੋ ਆਈ ਗਾਟ ਅਪ ਐਂਡ ਲੈਫਟ। ਠੀਕ ਹੈ ਨਾ। ਇਹਨਾਂ ਨੂੰ ਆਪਾਂ ਕਹਿੰਦੇ ਆ ਕੋਆਰਡੀਨੇਟਿੰਗ ਕੰਜੰਕਸ਼ਨਸ। ਬਟ ਲੱਗਿਆ ਇਸ ਕਰਕੇ ਕਿਉਂਕਿ ਉਹ ਮੰਨਿਆ ਨਹੀਂ ਸੀ, ਔਰ ਸੋ ਦਾ ਮਤਲਬ ਇਸ ਲਈ ਮੈਂ ਬਾਹਰ ਚਲਾ ਗਿਆ। ਰੂਲਸ ਕੀ ਨੇ? ਵੀ ਪੁੱਟ ਅ ਕੌਮਾ ਆਫਟਰ ਫਸਟ ਕਲੌਜ਼। ਜਦੋਂ ਇੱਕ ਕਲੌਜ਼ ਬੋਲ ਦਿੱਤੀ ਉਸ ਤੋਂ ਬਾਅਦ ਆਪਾਂ ਕੀ ਲਗਾਈਦਾ? ਕੌਮਾ। ਫਿਰ ਫਸਟ ਇੰਡੀਪੈਂਡੈਂਟ ਕਲੌਜ਼, ਦੈਨ ਕੌਮਾ, ਦੈਨ ਕੰਜੰਕਸ਼ਨ, ਦੈਨ ਸੈਕਿੰਡ ਇੰਡੀਪੈਂਡੈਂਟ ਕਲੌਜ਼। ਹੁਣ ਇਹ ਜਿਹੜੇ ਕਨੈਕਟਿੰਗ ਵਰਡਸ ਹੈ ਜਾਂ ਇਹਨਾਂ ਨੂੰ ਆਪਾਂ ਕੀ ਕਿਹਾ ਸੀਗਾ ਹੁਣੇ? ਕੋਆਰਡੀਨੇਟਿੰਗ ਕੰਜੰਕਸ਼ਨਸ। ਇਹ 7 ਪ੍ਰਕਾਰ ਦੀਆਂ ਹੁੰਦੀਆਂ, 7 ਟਾਈਪ ਦੀਆਂ ਹੁੰਦੀਆਂ। ਔਰ ਇਹਨਾਂ ਨੂੰ ਯਾਦ ਕਰਨ ਦਾ ਸੌਖਾ ਤਰੀਕਾ ਕੀ ਹੈਗਾ? ਫੈਨ ਬॉयਜ਼ ਇੱਕ ਵਰਡ ਤੁਸੀਂ ਆਪਣੇ ਦਿਮਾਗ 'ਚ ਬਿਠਾ ਲਓ। ਇਹਨਾਂ ਨੂੰ ਆਪਾਂ ਕੀ ਕਹਿੰਦੇ ਆ? ਫੈਨ ਬॉयਜ਼ ਕੋਆਰਡੀਨੇਟਿੰਗ ਕੰਜੰਕਸ਼ਨਸ, ਜਾਂ ਇਹਨਾਂ ਨੂੰ ਆਪਾਂ ਕਨੈਕਟਿੰਗ ਵਰਡਸ ਵੀ ਕਹਿ ਲੈਂਦੇ ਆ। ਫੈਨ ਬॉय ਤੋਂ ਕਿੱਦਾਂ? ਮਤਲਬ ਐਫ ਤੋਂ ਫॉर ਬਣ ਗਿਆ, ਏ ਤੋਂ ਐਂਡ ਬਣ ਗਿਆ, ਐਨ ਤੋਂ ਨੌਰ ਬਣ ਗਿਆ, ਬੀ ਤੋਂ ਬਟ, ਓ ਤੋਂ ਔਰ, ਵਾਈ ਤੋਂ ਯੈਟ ਐਂਡ ਐਸ ਤੋਂ ਸੋ। ਸੋ ਇਹ ਤੁਹਾਡੇ ਸਾਹਮਣੇ ਲਿਖੇ ਹੈ ਸਾਰੇ ਵਰਡਸ। ਸੋ ਹੁਣ ਆਪਾਂ ਇੱਕ ਐਕਸਰਸਾਈਜ਼ ਕਰਦੇ ਹਾਂ। ਕੰਬਾਈਨ ਦਾ ਸੈਂਟੈਂਸਿਸ ਟੂ ਫਾਰਮ ਕੰਪਾਊਂਡ ਸੈਂਟੈਂਸ। ਹੁਣ ਨੀਚੇ ਆਪਾਂ ਕੋਲ ਦੋ ਸੈਂਟੈਂਸ ਦਿੱਤੇ ਨੇ ਜਿਨ੍ਹਾਂ ਨੂੰ ਆਪਾਂ ਨੇ ਕੰਬਾਈਨ ਕਰਕੇ ਕੀ ਬਣਾਉਣਾ ਹੈ? ਇੱਕ ਕੰਪਾਊਂਡ ਸੈਂਟੈਂਸ ਬਣਾਉਣਾ ਹੈ। Combine the following sentences using a coordinating conjunction or a conjunctive adverb to form compound sentence. Now what I want is that you should pause the video and do it yourself. Then again start the video and check your answers and write in comment box that how many of your answers are correct. So मैं ये चाहना कि तुसी ये एक्सरसाइज खुद करो। थोड़ी देर ਦੇ ਲਈ ਜਿਹੜੀ ਵੀਡੀਓ ਹੈ ਉਹਨੂੰ ਪੌਜ਼ ਕਰ ਲਓ। ਫਿਰ ਮੈਂ ਦੁਬਾਰਾ ਤੁਹਾਡੇ ਸਾਹਮਣੇ ਆਵਾਂਗਾ ਔਰ ਫਿਰ ਆਪਾਂ ਇਹਦੇ ਸਹੀ ਆਨਸਰਸ ਦੀ ਗੱਲ ਕਰਾਂਗੇ।
So welcome back, guys. Here I come with answers. So first sentence ਸੀਗਾ I play cricket, my brother plays football. ਹੁਣ ਇਹਦੇ ਚ ਕੀ ਹੈ, ਦੋ ਜਣਿਆਂ ਦਾ ਕੰਟਰਾਸਟ ਦਿਖਾਇਆ ਹੈ ਕਿ ਮੈਂ ਇਹ ਖੇਲਦਾ ਪਰ ਮੇਰਾ ਬ੍ਰਦਰ ਜਿਹੜਾ ਉਹ ਫੁੱਟਬਾਲ ਖੇਲਦਾ। ਸੋ ਆਨਸਰ ਕੀ ਆਏਗਾ, I play cricket but ਪਰ my brother plays football। ਸੋ ਇਹਨੂੰ ਆਪਾਂ ਕਾਹਦੇ ਨਾਲ ਜੋੜ ਦੇਣਾ, but ਦੇ ਨਾਲ। Rohit has gone to Hyderabad। ਰੋਹਿਤ ਹੈਜ਼ ਨਾਟ ਫਾਊਂਡ ਐਨੀ ਜੌਬਸ ਯੈਟ। ਉਹ ਹੈਦਰਾਬਾਦ ਤਾਂ ਚਲਾ ਗਿਆ ਪਰ ਹਜੇ ਤੱਕ ਵੀ ਉਹਨੂੰ ਜੌਬ ਨਹੀਂ ਮਿਲੀ। ਇਹਦੇ ਵਿੱਚ ਵੀ ਕੀ ਹੈਗਾ, ਇੱਕ ਕੰਟਰਾਸਟਿੰਗ ਜਿਹੜੀ ਹੈਗੀ ਹੈ ਉਹ ਫੀਚਰ ਹੈ ਕਿ ਉਹ ਚਲਾ ਤਾਂ ਗਿਆ ਉੱਥੇ ਹੈਦਰਾਬਾਦ ਪਰ ਅਜੇ ਤੱਕ ਉਹਨੂੰ ਜੌਬ ਨਹੀਂ ਮਿਲੀ। ਪਰ ਵਾਸਤੇ ਆਪਾਂ ਕਿਹੜਾ ਸ਼ਬਦ ਯੂਜ਼ ਕਰੀਦਾ, ਬਟ। ਸੋ ਰੋਹਿਤ ਹੈਜ਼ ਗੋਨ ਟੂ ਹੈਦਰਾਬਾਦ ਬਟ। ਹੁਣ ਇੱਥੇ ਰੋਹਿਤ ਦੁਬਾਰਾ ਯੂਜ਼ ਨਹੀਂ ਕਰਾਂਗੇ, ਰੋਹਿਤ ਦੀ ਜਗ੍ਹਾ ਤੇ ਉਹਦਾ ਆਪਾਂ ਪ੍ਰੋਨਾਊਨ ਕੀ ਯੂਜ਼ ਕਰ ਲਿਆ, ਹੀ। But he has not found any jobs yet। Nalini was not satisfied with her birthday dress। Nalini wore it anyways। ਮਤਲਬ ਉਹਨੂੰ ਪਸੰਦ ਨਹੀਂ ਸੀਗੀ, she was not satisfied, but ਫਿਰ ਵੀ ਉਹਨੇ ਕੀ ਕੀਤਾ, ਉਹਨੂੰ wear ਕਰ ਲਿਆ, ਉਹਨੂੰ ਪਹਿਨ ਲਿਆ। Nalini was not satisfied with her birthday dress। ਇੱਥੇ ਆਪਾਂ ਇਹਨੂੰ ਕੰਟਰਾਸਟ ਕਰਨਾ ਹੈ ਕਿਉਂਕਿ ਬਟ ਆਪਾਂ ਪਹਿਲੇ ਵੀ ਇੱਕ ਦੋ ਵਾਰੀ ਯੂਜ਼ ਕਰ ਲਿਆ। ਸੋ ਮੈਂ ਸੋਚਿਆ ਇੱਥੇ ਆਪਾਂ ਇਹਨੂੰ ਨਾ ਹਾਊਐਵਰ ਦੇ ਨਾਲ ਬਣਾ ਦਿੰਦੇ ਹਾਂ। ਬਾਕੀ ਅਗਰ ਤੁਸੀਂ ਬਟ ਯੂਜ਼ ਕਰੋਗੇ ਤਾਂ ਵੀ ਜਿਹੜਾ ਤੁਹਾਡਾ ਆਨਸਰ ਹੈ ਉਹ ਠੀਕ ਰਹੇਗਾ। ਸੋ ਇਹਦੇ 'ਚ ਆਪਾਂ ਸੈਮੀ ਕੋਲਨ ਵੀ ਯੂਜ਼ ਕਰ ਸਕਦੇ ਹਾਂ। ਜਿੱਦਾਂ ਪਹਿਲਾ ਸੈਂਟੈਂਸ ਹੈ, ਨਲਿਨੀ ਵਾਜ਼ ਨਾਟ ਸੈਟਿਸਫਾਈਡ ਵਿਦ ਹਰ ਬਰਥਡੇ ਡਰੈਸ ਹਾਊਐਵਰ ਫਿਰ ਵੀ ਸ਼ੀ ਵੋਰ ਇਟ, ਉਹਨੇ ਇਹਨੂੰ ਪਹਿਨ ਲਿਆ। ਰਾਹੁਲ ਕਾਲਡ ਮੀ ਯਸਟਰਡੇ। I was not able to attend his call। ਉਹਨੇ ਕਾਲ ਕੀਤੀ ਸੀ ਪਰ ਫਿਰ ਇੱਥੇ ਪਰ ਵਾਲੀ ਜਿਹੜੀ ਹੈਗੀ ਫੀਲਿੰਗ ਆ ਰਹੀ ਹੈ। ਰਾਹੁਲ ਕਾਲਡ ਮੀ ਯਸਟਰਡੇ ਬਟ I was not able to attend his call। It has been raining since morning। ਸੁਬਾਹ ਸੇ ਬਾਰਿਸ਼ ਹੋ ਰਹੀ ਹੈ। I decided to take the umbrella with me। ਸਵੇਰ ਤੋਂ ਬਾਰਿਸ਼ ਹੋ ਰਹੀ ਹੈ, ਫਿਰ ਕੀ ਹੋਏਗਾ, ਸੋ ਇਸ ਕਰਕੇ ਮੈਂ ਡਿਸਾਈਡ ਕੀਤਾ। ਸੋ ਇਹਨਾਂ ਨੂੰ ਆਪਾਂ ਸੋ ਲਗਾ ਕੇ ਜੋੜ ਸਕਦੇ ਹਾਂ। I am not very hungry। ਮੈਨੂੰ ਜ਼ਿਆਦਾ ਭੁੱਖ ਨਹੀਂ ਹੈ। I will just have a cup of tea। ਮੈਂ ਸਿਰਫ ਇੱਕ ਚਾਹ ਦਾ ਕੱਪ ਲਵਾਂਗਾ। ਠੀਕ ਹੈ, ਇਹਦੇ 'ਚ ਵੀ ਕੀ ਹੈ ਕਿ ਮੈਨੂੰ ਜ਼ਿਆਦਾ ਭੁੱਖ ਨਹੀਂ ਹੈਗੀ ਇਸ ਕਰਕੇ। ਜਦੋਂ ਇਸ ਕਰਕੇ ਵਾਲੀ ਜਿਹੜੀ ਟੋਨ ਆ ਗਈ ਹੈ ਫਿਰ ਆਪਾਂ ਕੀ ਲਗਾ ਦਾਂਗੇ, ਸੋ। I am not very hungry so I will just have a cup of tea। ਫਿਰੋਜ਼ will pick you up। we will book a cab for you। ਇਹਦੇ 'ਚ ਦੋ ਆਪਸ਼ਨਸ ਆ ਗਈਆਂ ਕਿ ਜਾਂ ਤਾਂ ਤੁਹਾਨੂੰ ਫਿਰੋਜ਼ ਪਿਕ ਕਰ ਲੇਗਾ ਜਾਂ ਆਪਾਂ ਕੈਬ ਬੁੱਕ ਕਰ ਲਾਂਗੇ। ਜਦੋਂ ਆਪਸ਼ਨਸ ਆਉਣਗੀਆਂ ਮੈਂ ਤੁਹਾਨੂੰ ਦੱਸਿਆ ਉਦੋਂ ਆਪਾਂ ਕੀ ਯੂਜ਼ ਕਰਾਂਗੇ, ਔਰ। ਰਾਜੀਵ ਵਾਂਟਸ ਟੂ ਲਿਵ ਇਨ ਇੰਡੀਆ ਹਿਜ਼ ਵਾਈਫ ਵਾਂਟਸ ਟੂ ਲਿਵ ਇਨ ਕੈਨੇਡਾ। ਹੁਣ ਇਹਦੇ 'ਚ ਕੀ ਹੈ, ਦੋਨਾਂ ਦੀ ਆਪਸ ਦੇ ਵਿੱਚ ਗੱਲਬਾਤ ਨਹੀਂ ਬਣ ਰਹੀ। ਇੱਕ ਕਹਿੰਦਾ ਇੰਡੀਆ ਰਹਿਣਾ, ਦੂਸਰੀ ਕੀ ਕਹਿ ਰਹੀ ਹੈ ਕਿ ਮੈਂ ਕੈਨੇਡਾ ਰਹਿਣਾ। ਸੋ ਇਹਦੇ ਵਿੱਚ ਵੀ ਕਿਹੜੀ ਫੀਲਿੰਗ ਹੈ, ਬਟ ਵਾਲੀ। ਸੋ ਆਨਸਰ ਵਿਲ ਬੀ Rajiv wants to live in India but his wife wants to live in Canada। James grilled burger, Patrick made a salad। ਹੁਣ ਦੋਨਾਂ ਨੇ ਅਲੱਗ-ਅਲੱਗ ਆਪਣਾ ਕੰਮ ਕੀਤਾ। ਉਹਨੇ ਇਹ ਕੀਤਾ, ਉਹਨੇ ਇਹ ਕੀਤਾ। ਠੀਕ ਹੈ, ਸੋ ਦੋ ਅਲੱਗ-ਅਲੱਗ ਜਿਹੜੇ ਕੰਮ ਕੀਤੇ ਉਹਨਾਂ ਨੂੰ ਜੋੜਨ ਵਾਸਤੇ ਆਪਾਂ ਯੂਜ਼ ਕਰਾਂਗੇ ਐਂਡ। ਸੋ ਜੇਮਸ ਗ੍ਰਿਲਡ ਬਰਗਰਸ ਐਂਡ ਪੈਟਰਿਕ ਮੇਡ ਅ ਸੈਲਡ। He did not have enough money। उसके पास ज़्यादा पैसे नहीं थे। ही पेड बाय क्रेडिट कार्ड। फिर जे पैसे नहीं सी इस करके उन्हें क्रेडिट कार्ड तो पेमेंट करती। सो आंसर विल बी ही डिड नॉट हैव इनफ मनी कॉमा सो ही पेड बाय क्रेडिट कार्ड। ਇੱਥੇ ਐਚ ਜਿਹੜਾ ਉਹ ਕੈਪੀਟਲ ਆਣਾ ਹੈ, ਸਾਡੇ ਕੋਲ ਗਲਤੀ ਹੋਈ ਹੈ। ਨੈਕਸਟ ਥਰਡ ਫਾਰਮ ਇਜ਼ ਕੰਪਲੈਕਸ ਸੈਂਟੈਂਸਸ। ਆਪਾਂ ਸਿੰਪਲ ਕਰ ਲਏ, ਕੰਪਾਊਂਡ ਕਰ ਲਏ। ਹੁਣ ਨੈਕਸਟ ਥਰਡ ਕੀ ਹੈਗਾ, ਕੰਪਲੈਕਸ। ਅ ਕੰਪਲੈਕਸ ਸੈਂਟੈਂਸ ਕੰਟੇਨਸ ਅ ਮੇਨ ਕਲੌਜ਼। ਮੇਨ ਕਲੌਜ਼ ਜਿਹੜੀਆਂ ਆਪਾਂ ਪਹਿਲੇ ਪੜ੍ਹੀਆਂ, ਸਿੰਪਲ 'ਚ ਸਿੰਗਲ ਮੇਨ ਕਲੌਜ਼ ਸੀ, ਕੰਪਾਊਂਡ 'ਚ ਡਬਲ ਸੀਗੀ। ਹੁਣ ਇੱਥੇ ਕੀ ਹੈਗਾ, ਇਹਦੇ ਵਿੱਚ ਕੀ ਹੈ, ਅ ਮੇਨ ਕਲੌਜ਼। ਇਹਦੇ 'ਚ ਇੱਕ ਮੇਨ ਕਲੌਜ਼ ਆਏਗੀ, ਮਤਲਬ ਇੱਕ ਸਿੰਪਲ ਸੈਂਟੈਂਸ ਆਏਗਾ ਜਿਹਦਾ ਆਪਣਾ ਇੱਕ ਕੰਪਲੀਟ ਮੀਨਿੰਗ ਹੁੰਦਾ ਹੈ। ਐਂਡ ਵਨ ਔਰ ਮੋਰ ਡਿਪੈਂਡੈਂਟ ਕਲੌਜ਼। ਡਿਪੈਂਡੈਂਟ ਦਾ ਮਤਲਬ ਕੀ ਹੈ, ਉਹ ਕਲੌਜ਼, ਉਹ ਸੈਂਟੈਂਸ ਜਿਹੜਾ ਕਿ ਮੇਨ ਕਲੌਜ਼ ਦੇ ਉੱਪਰ ਡਿਪੈਂਡੈਂਟ ਹੈ।
मतलब विदाउट मेन क्लॉज दिस सेंटेंस डज नॉट मेक सेंस। हुण एग्जाम्पल देखते हैं। वैन आई केम होम फ्रॉम माई ऑफिस यस्टरडे then what happened, what did I do। ਕਹਿਣ ਦਾ ਭਾਵ ਇਹ ਹੈ ਕਿ ਜਿਹੜਾ ਇਹ ਸੈਂਟੈਂਸ ਹੈ when I came home from my office, ਇਹ ਆਪਣਾ ਕੰਪਲੀਟ ਮੀਨਿੰਗ ਨਹੀਂ ਦੱਸ ਰਿਹਾ। it is dependent on one more sentence which is simple sentence or we can say the main clause। when I came home from my office yesterday, comma, I watered the plants। ਹੁਣ ਇਹ ਕੀ ਹੈ, I watered the plants ਇੱਕ मेन सेंटेंस है, एक सिंपल सेंटेंस है। I watered the plants, मैंने पौधों को पानी दिया। When I came home from my office, ਜਦੋਂ ਮੈਂ ਆਫਿਸ ਤੋਂ ਆਪਣੇ ਘਰ ਆਇਆ ਸੀ ਤਾਂ ਉਦੋਂ ਮੈਂ ਪੌਦਿਆਂ ਨੂੰ ਪਾਣੀ ਦਿੱਤਾ ਸੀਗਾ। ਸੋ ਇਹਦੇ 'ਚ ਕੀ ਆ ਗਿਆ, ਇੱਕ ਜਿਹੜੀ ਹੈ ਪਹਿਲੇ ਵਾਲੀ ਡਿਪੈਂਡੈਂਟ ਕਲੌਜ਼ ਹੈ ਔਰ ਦੂਸਰੇ ਵਾਲੀ ਇੰਡੀਪੈਂਡੈਂਟ ਹੈ। ਕੁਝ ਐਗਜ਼ਾਮਪਲਸ ਦੇਖ ਲੈਂਦੇ ਆ। ਆਈ ਲਵ ਟੂ ਟਰੈਵਲ ਬਿਕਾਜ਼ ਆਈ ਗੈਟ ਟੂ ਮੀਟ ਅ ਲਾਟ ਆਫ ਇੰਟਰਸਟਿੰਗ ਪੀਪਲ। ਹੁਣ ਇਹਦੇ 'ਚ ਵੀ ਦੋ ਸੈਂਟੈਂਸ ਆਏ। ਆਈ ਲਵ ਟੂ ਟਰੈਵਲ, ਆਈ ਲਵ ਟੂ ਟਰੈਵਲ ਕੀ ਹੈ, ਇਟ ਮੇਕਸ ਸੈਂਸ, ਇਹ ਪੂਰਾ ਇੱਕ ਸੈਂਟੈਂਸ ਹੈ ਕਿ ਮੈਨੂੰ ਟਰੈਵਲ ਕਰਨਾ ਵਧੀਆ ਲੱਗਦਾ ਹੈ। ਜੇਕਰ ਆਪਾਂ ਇੱਥੋਂ ਸੈਂਟੈਂਸ ਪੜ੍ਹਨਾ ਸ਼ੁਰੂ ਕਰਾਂਗੇ ਇਹਨੂੰ ਛੱਡ ਕੇ, ਬਿਕਾਜ਼ ਆਈ ਗੈਟ to meet a lot of interesting people, it doesn't make sense। so this is dependent clause, this is independent clause और दोनों ने मिलके की कर देता एक वधिया sentence जिहड़ा है वो फॉर्म करता है। even though the exam was quite difficult, all the students got good marks। बेशक जिहड़ा सीगा एग्जाम बहुत टफ सीगा पर सारे स्टूडेंट्स ਨੂੰ अच्छे मार्क्स मिल गए एग्जाम ਦੇ ਵਿੱਚ। ਹੁਣ ਇੱਥੇ ਕੀ ਹੈ, all the students got good marks, this is independent clause। even though the exam was quite difficult, ਜੇਕਰ ਆਪਾਂ ਇੰਨਾ ਸੈਂਟੈਂਸ ਦੇਖੀਏ ਤਾਂ ਇਹਦਾ ਕੋਈ ਮੀਨਿੰਗ ਨਹੀਂ ਨਿਕਲ ਰਿਹਾ। ਸੋ ਇਹ ਸੈਂਟੈਂਸ ਜਿਹੜਾ ਇਹਦੇ ਉੱਪਰ ਡਿਪੈਂਡੈਂਟ ਹੈ। ਹੁਣ ਇਹਦੇ 'ਚ ਡਿਪੈਂਡੈਂਟ ਕਲੌਜ਼ ਪਹਿਲੇ ਵੀ ਆ ਸਕਦਾ ਹੈ, ਬਾਅਦ 'ਚੋਂ ਵੀ ਆ ਸਕਦਾ ਹੈ। ਲੈਟ ਮੀ ਨੋ, ਹੁਣ ਇਹਦੇ 'ਚ ਕੀ ਹੈ, ਲੈਟ ਮੀ ਨੋ ਇੱਕ ਕੰਪਲੀਟ ਸੈਂਟੈਂਸ ਹੈ, ਇਹ ਪਹਿਲੇ ਆ ਗਿਆ। ਇਫ ਯੂ ਨੀਡ ਐਨੀ ਹੈਲਪ, ਤੇ ਇਫ ਯੂ ਨੀਡ ਐਨੀ ਹੈਲਪ ਕੀ ਹੈਗਾ, ਡਿਪੈਂਡੈਂਟ ਕਲਾਸ। ਯੂ ਕਾਂਟ ਗੋ ਆਊਟਸਾਈਡ ਐਂਡ ਪਲੇ ਅੰਟਿਲ ਯੂ ਫਿਨਿਸ਼ ਯੂਅਰ ਹੋਮਵਰਕ। ਤੁਸੀਂ ਬਾਹਰ ਜਾ ਕੇ ਖੇਲ ਨਹੀਂ ਸਕਦੇ ਜਿੰਨੀ ਦੇਰ ਤੱਕ, ਜਦੋਂ ਤੱਕ ਤੁਸੀਂ ਆਪਣਾ ਹੋਮਵਰਕ ਫਿਨਿਸ਼ ਨਹੀਂ ਕਰਦੇ। ਸੋ ਅੰਟਿਲ ਤੋਂ ਜਿਹੜਾ ਸਟਾਰਟ ਹੋ ਰਿਹਾ ਇਹ ਕੀ ਹੈ, ਡਿਪੈਂਡੈਂਟ ਕਲਾਸ। rules, if the dependent clause comes before the independent clause, add a comma after the dependent clause। ਜੇਕਰ ਤਾਂ ਡਿਪੈਂਡੈਂਟ ਕਲੌਜ਼ ਜਿਹੜਾ ਹੈ ਉਹ ਪਹਿਲੇ ਆ ਗਿਆ ਹੈ ਔਰ ਇੰਡੀਪੈਂਡੈਂਟ ਬਾਅਦ 'ਚ ਹੈ ਤਾਂ ਫਿਰ ਇਹਨਾਂ ਦੇ ਵਿੱਚ ਆਪਾਂ ਨੇ ਕੌਮਾ ਲਗਾਉਣਾ ਹੈ। ਪਰ ਇਹਦੇ ਉਲਟ ਜੇਕਰ ਮੇਨ ਕਲੌਜ਼ ਪਹਿਲਾਂ ਹੈ ਫਿਰ ਆਪਾਂ ਨੂੰ ਕੌਮਾ ਲਗਾਉਣ ਦੀ ਜ਼ਰੂਰਤ ਨਹੀਂ ਹੈ। ਸੋ ਆ ਇੱਕ ਵਾਰੀ ਦੁਬਾਰਾ ਮੈਂ ਲਿਖਿਆ ਕਿ ਇੰਡੀਪੈਂਡੈਂਟ ਕਲੌਜ਼ ਫਸਟ, we won the game because we worked together as a team। ਇਹਦੇ 'ਚ ਕੀ ਹੈ, ਇੰਡੀਪੈਂਡੈਂਟ ਕਲੌਜ਼ ਪਹਿਲੇ ਹੈ, we won the game, this is independent clause। ਰੀਜ਼ਨ ਦੱਸਤਾ because we worked together as a team। ਸੋ ਡਿਪੈਂਡੈਂਟ ਬਾਅਦ ਚੋਂ ਹੈ, ਇੰਡੀਪੈਂਡੈਂਟ ਪਹਿਲੇ ਹੈ, there is no need to put comma। ਦੂਸਰੇ ਸੈਂਟੈਂਸ 'ਚ ਕੀ ਹੈਗਾ, ਡਿਪੈਂਡੈਂਟ ਕਲੌਜ਼ ਪਹਿਲੇ ਆ ਗਿਆ। although my arm was fractured, ਬੇਸ਼ੱਕ ਜਿਹੜੀ ਸੀਗੀ ਮੇਰੀ ਬਾਂਹ ਜਿਹੜੀ ਸੀਗੀ ਉਹਨੂੰ ਫ੍ਰੈਕਚਰ ਹੋ ਗਿਆ ਸੀ, I still cheered for my team from the sideline। ਮਤਲਬ ਮੈਂ ਫਿਰ ਵੀ ਆਪਣੀ ਟੀਮ ਨੂੰ ਚੀਅਰ ਅਪ ਕੀਤਾ। ਹੁਣ ਇਹਦੇ 'ਚ ਡਿਪੈਂਡੈਂਟ ਕਲੌਜ਼ ਪਹਿਲਾਂ ਹੈ, ਠੀਕ ਹੈ, although ਪਹਿਲੇ ਲੱਗਿਆ ਹੋਇਆ। ਸੋ ਜਦੋਂ ਵੀ although ਵਾਲਾ ਸੈਂਟੈਂਸ ਖਤਮ ਹੋਏਗਾ we put a comma। ਸੋ ਇਹ ਚੀਜ਼ ਜਿਹੜੀ ਹੈ ਇਹਦੇ ਉੱਪਰ ਤੁਸੀਂ ਜ਼ਿਆਦਾ ਧਿਆਨ ਰੱਖਣਾ ਹੈ, ਇਸ ਚੀਜ਼ ਨੂੰ ਆਪਣੇ ਦਿਮਾਗ 'ਚ ਬਿਠਾਉਣਾ ਹੈ। ਹੁਣ ਜਿੱਦਾਂ ਜਿਹੜਾ ਸੀਗਾ ਕੰਪਾਊਂਡ ਸੈਂਟੈਂਸ ਉਹਦੇ 'ਚ ਕੋਆਰਡੀਨੇਟਿੰਗ ਕੰਜੰਕਸ਼ਨਸ ਜੋੜਨ ਦਾ ਕੰਮ ਕਰਦੀਆਂ ਸੀ, ਇਹਦੇ 'ਚ ਕੀ ਹੈਗਾ, ਸਬੋਰਡੀਨੇਟਿੰਗ ਕੰਜੰਕਸ਼ਨਸ ਦੋ ਸੈਂਟੈਂਸਿਸ ਨੂੰ ਜੋੜਨ ਦਾ ਕੰਮ ਕਰਦੀਆਂ। ਹੁਣ ਇਹ ਕੁਝ ਸਬੋਰਡੀਨੇਟਿੰਗ ਕੰਜੰਕਸ਼ਨਸ ਲਿਖੀਆਂ ਹੋਈਆਂ, ਜਿੱਦਾਂ ਆਪਾਂ ਕੰਪੈਰੀਜ਼ਨ ਕਰਨਾ ਹੋਏ ਤਾਂ ਵੇਅਰ ਐਜ਼, ਵੈਦਰ ਔਰ ਦੈਨ ਦਾ ਯੂਜ਼ ਕਰੀਦਾ। ਫਿਰ ਕੰਸੈਸ਼ਨ ਵਾਸਤੇ ਦੋ, ਆਲਦੋ, ਈਵਨ ਦੋ,
ਕੰਡੀਸ਼ਨ ਅਗਰ ਕੋਈ ਕੰਡੀਸ਼ਨ ਲਗਾਈਏ ਤਾਂ ਅਨਲੈਸ ਇਫ ਜਾਂ ਇਨ ਕੇਸ ਯੂਜ਼ ਕਰੀਦਾ। ਟਾਈਮ ਦੇ ਲਈ ਆਫਟਰ ਬਿਫੋਰ ਜਾਂ ਅਨਟਿਲ ਯੂਜ਼ ਕਰੀਦਾ। ਪਲੇਸ ਲਈ ਵੇਅਰ ਜਾਂ ਵੇਅਰ ਐਵਰ। ਮੈਨਰ ਦੱਸਣੇ ਆ ਤਾਂ ਹਾਊ, ਐਜ਼ ਇਫ, ਐਜ਼ ਦੋ। ਰੀਜ਼ਨ ਦੱਸਣੇ ਆ ਬਿਕੋਜ਼, ਸੋ ਦੈਟ ਔਰ ਸਿੰਸ। ਔਰ ਮੈਂ ਤੁਹਾਡੇ ਲਈ ਜਲਦੀ ਹੀ ਇਹਨਾਂ ਸਾਰਿਆਂ ਵਰਡਸ ਦੇ ਉੱਪਰ ਸਾਰੀਆਂ ਸਬੋਰਡੀਨੇਟਿੰਗ ਕੰਜੰਕਸ਼ਨ ਨੂੰ ਕਿਸ ਤਰ੍ਹਾਂ ਯੂਜ਼ ਕਰੀਦਾ ਹੈ ਇਹਨਾਂ ਦੇ ਉੱਪਰ ਵੀ ਇੱਕ ਵੀਡੀਓ ਬਣਾਵਾਂਗਾ। Complex sentence can show a more specific relationship between the parts of the sentence than a compound sentence. ਕੰਪਲੈਕਸ ਸੈਂਟੈਂਸ ਜਿਹੜਾ ਹੈ ਉਹ ਮਤਲਬ ਹੋਰ ਵੀ ਜ਼ਿਆਦਾ ਵਧੀਆ ਰਿਲੇਸ਼ਨ ਦੱਸਦਾ ਦੋ ਸੈਂਟੈਂਸਸ ਦੇ ਵਿੱਚ। ਇਹ ਹੋਰ ਵੀ ਜ਼ਿਆਦਾ ਦੇਖਣ 'ਚ ਸੁਣਨ 'ਚ ਅੱਛੇ ਲੱਗਦੇ ਨੇ ਕੰਪਲੈਕਸ ਸੈਂਟੈਂਸਸ। ਹੁਣ ਆਪਾਂ ਗੱਲ ਕਰਾਂਗੇ ਰਿਲੇਟਿਵ ਕਲੌਜ਼ ਕਿਹੜਾ ਹੁੰਦਾ ਹੈ। ਰਿਲੇਟਿਵ ਕਲੌਜ਼ ਜਿੱਦਾਂ ਕਿ ਕਿਹਾ ਆਈ ਨੋ ਦਾ ਗਾਏ ਹੂ ਲਿਵਸ ਨੈਕਸਟ ਟੂ ਮੀ। ਮਤਲਬ ਇਹ ਕੀ ਦੱਸ ਰਿਹਾ, ਰਿਲੇਸ਼ਨ ਦੱਸ ਰਿਹਾ। ਔਰ ਜਦੋਂ ਆਪਾਂ ਕਿਸੇ ਪਰਸਨ ਦੀ ਗੱਲ ਕਰਾਂਗੇ ਉੱਥੇ ਆਪਾਂ ਹੂ ਲਗਾ ਦਾਂਗੇ। आई नो द गाय, मैं जानता हूं उस बंदे को। हु लिव्स नेक्स्ट टू मी, हु लिव्स नेक्स्ट टू मी एक ही हैगी है डिपेंडेंट क्लॉज है। आई नो द गाय इंडिपेंडेंट क्लॉज है। synonyms are words that have similar meanings, synonyms are words that have similar meanings। so ਇੱਥੇ ਕਿੰਨੇ ਜੋੜਨ ਦਾ ਕੰਮ ਕੀਤਾ, that ਨੇ। The boss wants me to take the mock test which is tomorrow। which ਨੇ ਕੀ ਕਰਤਾ, ਦੋ sentences ਨੂੰ ਜੋੜ ਦਿੱਤਾ। The boss wants me to take the mock test, ਇਹ ਮੈਡਮ ਸਾਡੇ ਕਹਿ ਰਹੇ ਨੇ ਕਿ ਸਰ ਕੀ ਕਹਿ ਰਹੇ ਨੇ ਕਿ ਤੁਸੀਂ ਕੱਲ ਟੈਸਟ ਲੈਣਾ ਹੈ mock test, ਤੁਸੀਂ mock test ਲੈਣਾ ਹੈ ਜਿਹੜਾ ਕਿ ਕੱਲ ਹੋਣ ਜਾ ਰਿਹਾ ਹੈ। complete each set of sentence into a complex sentence। ਹੁਣ ਕੁਝ ਸੈਂਟੈਂਸਸ ਨੇ ਇਹਨਾਂ ਨੂੰ ਤੁਸੀਂ ਕੰਪਲੈਕਸ ਸੈਂਟੈਂਸ ਦੇ ਵਿੱਚ ਚੇਂਜ ਕਰਨਾ ਹੈ। ਤਾਂ ਮੈਂ ਚਾਹਾਂਗਾ ਕਿ ਇੱਕ ਵਾਰੀ ਫਿਰ ਆਪਾਂ ਵੀਡੀਓ ਪੌਜ਼ ਕਰਕੇ ਇਹਨਾਂ ਨੂੰ ਖੁਦ ਬਣਾ ਕੇ ਦੇਖੀਏ। ਇਹਨਾਂ ਨੂੰ ਮੈਂ ਥੋੜ੍ਹਾ ਜਿਹਾ ਤੁਹਾਨੂੰ ਆਈਡੀਆ ਦੇਣਾ ਕਿਸ ਤਰ੍ਹਾਂ ਬਣਾਉਣਾ ਹੈ। ਪੀਪਲ ਨੋ ਸਮੋਕਿੰਗ ਕੈਨ ਕਿਲ ਦੈਮ, ਸਟਿਲ ਪੀਪਲ ਸਮੋਕ ਅ ਲੋਟ ਆਫ ਸਿਗਰੇਟਸ ਨਾਊਅਡੇਜ਼। ਜਿਹੜਾ ਵਰਡ ਬ੍ਰੈਕਟ 'ਚ ਹੈ ਨਾ, ਜਾਂ ਜਿਹੜੇ ਦੋ ਵਰਡਸ ਜਾਂ ਇਹਨੂੰ ਆਪਾਂ ਫਰੇਜ਼ ਕਹਿ ਲੈਂਦੇ ਹਾਂ ਈਵਨ ਦੋ ਨੂੰ, ਤੁਸੀਂ ਈਵਨ ਦੋ ਨੂੰ ਯੂਜ਼ ਕਰਕੇ ਇਹ ਸੈਂਟੈਂਸ ਨੂੰ ਕੰਪਲੀਟ ਕਰਨਾ ਹੈ। ਦੋ ਅਲੱਗ-ਅਲੱਗ ਸੈਂਟੈਂਸਿਸ ਨੂੰ ਇੱਕ ਸੈਂਟੈਂਸ ਦੇ ਵਿੱਚ, ਇੱਕ ਕੰਪਲੈਕਸ ਸੈਂਟੈਂਸ ਦੇ ਵਿੱਚ ਚੇਂਜ ਕਰਨਾ ਹੈ। ਯੂ ਆਰ ਨਾਟ ਅਲਾਉਡ ਟੂ ਐਂਟਰ ਇਨ ਦਾ ਕਲਾਸ ਇਫ ਯੂ ਡੂ ਨਾਟ ਹੈਵ ਐਨ ਐਂਟਰੀ ਪਾਸ। ਇਹਦੇ ਵਿੱਚ ਤੁਸੀਂ ਇਹਨਾਂ ਦੋਨਾਂ ਸੈਂਟੈਂਸਿਸ ਨੂੰ ਅਨਲੈਸ ਲਗਾ ਕੇ ਜੋੜਨਾ ਹੈ। ਸੋ ਜਲਦੀ ਵੀਡੀਓ ਕਰੋ ਪੌਜ਼, ਟੇਕ 5 minutes and then we will come back with the answers। so welcome again। so first sentence was people know smoking can kill them, still people smoke a lot of cigarettes nowadays। people smoke a lot of cigarettes nowadays। ਆਪਾਂ ਨੇ ਸੈਂਟੈਂਸ ਜਿਹੜਾ ਹੈ people ਸਬਜੈਕਟ ਲੈ ਲਿਆ ਕਿਉਂਕਿ people ਦੀ ਗੱਲ ਹੋਈ ਹੈ, ਔਰ ਬਾਕੀ ਜਿਹੜਾ ਹੈ ਆਪਾਂ ਪਿੱਛੇ ਤੋਂ ਸਟਾਰਟ ਕਰ ਦਿੱਤਾ। people smoke a lot of cigarettes nowadays even though they know it can kill them। ਦੇਖਣ 'ਚ ਵੀ ਸੁੰਦਰ ਲੱਗਣ ਲੱਗ ਪਿਆ ਸੈਂਟੈਂਸ। you are not allowed to enter in the class if you do not have an entry pass। ਇਹ ਕਿਹੜਾ ਸੈਂਟੈਂਸ ਹੈ, ਕੰਡੀਸ਼ਨਲ। ਇਹਦੇ 'ਚ ਕੰਡੀਸ਼ਨ ਲੱਗ ਗਈ ਕਿ if you do not have an entry pass, ਜਦੋਂ ਤੱਕ ਕਿ ਤੁਹਾਡੇ ਕੋਲ ਇੱਕ ਐਂਟਰੀ ਪਾਸ ਨਹੀਂ ਹੈ। ਜਦੋਂ ਤੱਕ ਵਾਸਤੇ ਆਪਾਂ ਕੀ ਯੂਜ਼ ਕਰੀਦਾ, ਅਨਲੈਸ। ਪਹਿਲਾ ਸੈਂਟੈਂਸ ਜਿਹੜਾ ਸੀਗਾ ਉਹ ਮੇਨ ਸੈਂਟੈਂਸ ਹੈ, ਉਹਨੂੰ ਐਜ਼ ਇਟ ਇਜ਼ ਲਿਖਤਾ, ਯੂ ਆਰ ਨਾਟ ਅਲਾਉਡ ਟੂ ਐਂਟਰ ਇਨ ਦਾ ਕਲਾਸ। ਇਫ ਯੂ ਡੂ ਨਾਟ ਹੈਵ ਦੀ ਜਗ੍ਹਾ ਤੇ ਸਿੰਪਲ ਪੂਰੇ ਇਫ ਯੂ ਡੂ ਨਾਟ ਹੈਵ ਦੀ ਜਗ੍ਹਾ ਤੇ ਆਪਾਂ ਇੱਕ ਵਰਡ ਯੂਜ਼ ਕਰ ਸਕਦੇ ਹਾਂ ਅਨਲੈਸ। ਅਨਲੈਸ ਦਾ ਆਪਣੇ ਆਪ 'ਚ ਕੀ ਮਤਲਬ ਹੈ, ਜਦੋਂ ਤੱਕ ਕਿ ਤੁਹਾਡੇ ਕੋਲ ਇਹ ਚੀਜ਼ ਨਹੀਂ ਹੈਗੀ। ਅਨਲੈਸ ਜਦੋਂ ਲੱਗ ਗਿਆ ਉਦੋਂ ਨਾਟ ਵੀ ਲਗਾਉਣ ਦੀ ਜ਼ਰੂਰਤ ਨਹੀਂ ਕਿਉਂਕਿ ਨਾਟ ਅਨਲੈਸ ਦੇ ਅੰਦਰ ਹੀ ਹੈਗਾ। ਅਨਲੈਸ ਯੂ ਹੈਵ ਐਨ ਐਂਟਰੀ ਪਾਸ। ਅਨਲੈਸ ਦੇ ਉੱਪਰ ਵੀ ਮੈਂ ਐਜ਼ ਆਈ ਟੋਲਡ ਯੂ ਅਰਲੀਅਰ ਕਿ ਮੈਂ ਇਹਦੇ 'ਤੇ ਵੀ ਤੁਹਾਨੂੰ ਇੱਕ ਵੀਡੀਓ ਬਣਾਵਾਂਗਾ ਔਰ ਉਹਦੇ 'ਚ ਅਨਲੈਸ ਦਾ ਪ੍ਰੋਪਰ ਯੂਜ਼ ਕਰਨਾ ਵੀ ਸਿਖਾਵਾਂਗਾ ਕਿਉਂਕਿ ਜੇ ਹੁਣ ਮੈਂ ਕੱਲੀ ਚੀਜ਼ ਨੂੰ ਐਕਸਪਲੇਨ ਕਰਨ ਲੱਗ ਪਾਂਗਾ ਤਾਂ ਵੀਡੀਓ ਬਹੁਤ ਲੰਬੀ ਹੋ ਜਾਏਗੀ। ਅਨਲੈਸ 'ਤੇ ਵੀ ਆਪਾਂ ਵੀਡੀਓ ਬਣਾਵਾਂਗੇ, ਈਵਨ ਦੋ 'ਤੇ ਵੀ, ਦੋ 'ਤੇ ਵੀ, ਹਰ ਚੀਜ਼ ਦੇ ਉੱਪਰ ਤੁਹਾਨੂੰ
ਕਲੈਰੀਫਿਕੇਸ਼ਨ ਮਿਲੇਗੀ ਮੇਰੀਆਂ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ। ਸੋ ਨੈਕਸਟ ਚੱਲਦੇ ਹਾਂ ਆਪਾਂ ਥਰਡ ਸੈਂਟੈਂਸ ਵੱਲ। ਸ਼ੀ ਕੁਡ ਨਾਟ ਐਂਟਰ ਦਾ ਕਲਾਸ, the reason for this was that she had not paid her fee। the reason for this, the reason for this ਨੂੰ ਆਪਾਂ ਰਿਪਲੇਸ ਕਰ ਦਿਆਂਗੇ because ਦੇ ਨਾਲ। ਪਹਿਲਾ ਸੈਂਟੈਂਸ ਮੇਨ ਕਲੌਜ਼ ਐਜ਼ ਇਟ ਇਜ਼ ਆ ਜਾਏਗੀ, she could not enter the class because ਲਗਾਤਾ, because she had not paid her fees। the reason ਦੱਸਣ ਲਈ ਆਪਾਂ because यूज करीदा। राजीव वॉज वेजिटेरियन, मतलब वॉज था, वो पहले वेजिटेरियन था। देन ही मैरिड रीचा, फिर उसकी शादी रीचा के साथ हो गई। एंड ही स्टॉप्ड बीइंग अ वेजिटेरियन, और अब वो वेजिटेरियन नहीं रहा। सो ये तीन सेंटेंस, राजीव वॉज अ वेजिटेरियन, देन ही मैरिड रीचा, एंड ही स्टॉप्ड बीइंग अ वेजिटेरियन। सो तीन सेंटेंस किन्ने ज़्यादा वर्ड्स है, इन्होंने आप बिल्कुल छोटा और बहुत ही वधिया सेंटेंस किस तरह बना सकते हैं ਇਹਦਾ सिर्फ एक अंटिल शब्द ਨੂੰ यूज करके। जिद्दां राजीव वॉज अ वेजिटेरियन अंटिल, अंटिल ਦਾ मतलब ਜਦੋਂ ਤੱਕ ਕਿ ਉਹਦੀ ਮੈਰਿਜ ਜਿਹੜੀ ਸੀ ਰੀਚਾ ਦੇ ਨਾਲ ਨਹੀਂ ਹੋਈ। ਠੀਕ ਹੈ ਜੀ, ਸਿੰਪਲ ਇੱਕ ਇੰਨੀ ਕੁ ਗੱਲ ਨਾਲ ਸਾਨੂੰ ਸਾਰੀ ਚੀਜ਼ ਦਾ ਮਤਲਬ ਕਲੀਅਰ ਹੋ ਗਿਆ ਕਿ ਉਹ ਹੁਣ ਹੀ ਸਟਾਪਡ ਬੀਇੰਗ ਅ ਵੈਜੀਟੇਰੀਅਨ, ਹੁਣ ਵੈਜੀਟੇਰੀਅਨ ਨਹੀਂ ਰਿਹਾ। ਕਿਉਂ ਨਹੀਂ ਰਿਹਾ? ਕਿਉਂਕਿ ਉਹਦੀ ਮੈਰਿਜ ਜਿਹੜੀ ਹੈ ਉਹ ਰੀਚਾ ਨਾਲ ਹੋ ਗਈ, ਰੀਚਾ ਨਾਲ ਮੈਰਿਜ ਹੋਣ ਤੋਂ ਬਾਅਦ। ਸੋ ਰਾਜੀਵ ਵਾਜ਼ ਅ ਵੈਜੀਟੇਰੀਅਨ, ਉਹ ਉਦੋਂ ਤੱਕ ਵੈਜੀਟੇਰੀਅਨ ਸੀ ਜਦੋਂ ਤੱਕ ਉਹਦਾ ਵਿਆਹ ਰੀਚਾ ਨਾਲ ਨਹੀਂ ਹੋਇਆ ਸੀ। ਮੈਂ ਪਹਿਲੇ ਹੀ ਕਿਹਾ ਨਾ, ਅੰਟਿਲ ਦੇ ਵਿੱਚ ਨਾਟ ਵੀ ਛੁਪਿਆ ਹੁੰਦਾ ਹੈ, ਅੰਟਿਲ ਹੀ ਮੈਰਿਡ ਰੀਚਾ। ਸੋ ਬਹੁਤ ਵਧੀਆ ਸੈਂਟੈਂਸ ਹੈ। ਅ ਮੈਨ ਲਿਵਸ ਨੈਕਸਟ ਡੋਰ, दैट मैन इज़ ए मिलेनियर, मतलब ਜਿਹੜਾ ਬੰਦਾ ਨੈਕਸਟ ਡੋਰ ਮੇਰੇ ਗੁਆਂਢ ਰਹਿੰਦਾ ਉਹ ਕੀ ਹੈਗਾ, ਇੱਕ ਮਿਲੇਨੀਅਰ ਹੈ। ਸੋ ਆਪਾਂ ਇਹਨੂੰ दैट मैन इज़ ए मिलेनियर, ਇਹ ਮੇਨ ਸੈਂਟੈਂਸ ਹੈ, ਇਹਨੂੰ ਅੱਗੇ ਲਿਆਓ। द मैन who lives next door is a millennial। ਸੋ ਇਹਦੇ 'ਚ ਆਪਾਂ ਨੇ दैट मैन इज़ अ मिलेनियर, a man lives next door, ਇਹ ਦੋਨਾਂ ਚੀਜ਼ਾਂ ਨੂੰ ਇਕੱਠਾ ਕਰਕੇ the man who lives next door is a millennial। ਸੋ ਇਹਨਾਂ ਨੂੰ ਆਪਾਂ who ਦੇ ਨਾਲ ਜੋੜ ਦਿੱਤਾ। ਇੱਕ ਹੋਰ ਇਹਦੀ ਜਿਹੜੀ ਹੈ ਫਾਰਮ ਹੈ ਕੰਪਾਊਂਡ ਕੰਪਲੈਕਸ ਸੈਂਟੈਂਸ। ਇਹਦੇ 'ਚ ਕੰਪਾਊਂਡ ਵੀ ਆ ਜਾਂਦਾ ਔਰ ਕੰਪਲੈਕਸ ਵੀ ਆ ਜਾਂਦਾ। ਅ ਕੰਪਾਊਂਡ ਕੰਪਲੈਕਸ ਸੈਂਟੈਂਸ ਕੰਟੇਨਸ 2 ਇੰਡੀਪੈਂਡੈਂਟ ਕਲੌਜ਼ਸ ਐਂਡ ਐਟ ਲੀਸਟ 1 ਡਿਪੈਂਡੈਂਟ ਕਲੌਜ਼। ਇਹਦੇ 'ਚ 2 ਇੰਡੀਪੈਂਡੈਂਟ ਕਲੌਜ਼ ਹੋਣਗੀਆਂ ਔਰ ਇੱਕ ਜਾਂ ਇੱਕ ਤੋਂ ਜ਼ਿਆਦਾ ਡਿਪੈਂਡੈਂਟ ਵੀ ਹੋਏਗੀ। ਦਿਸ ਇਜ਼ ਦ ਮੋਸਟ ਸੋਫਿਸਟੀਕੇਟਿਡ ਟਾਈਪ ਆਫ ਸੈਂਟੈਂਸ ਯੂ ਕੈਨ ਯੂਜ਼। ਫॉर एग्जाम्पल, आई वॉज क्रेजी अबाउट फुटबॉल वैन आई वॉज यंग। दो सेंटेंस जुड़ गए। पहला की सीगा, आई वॉज क्रेजी अबाउट फुटबॉल, एक ही है मेन क्लॉज। वैन आई वॉज यंग डिपेंडेंट क्लॉज। बट आई एम मोर इनटू क्रिकेट नाउ, आई एम मोर इनटू क्रिकेट नाउ, ये भी मेन क्लॉज है। आई वॉज क्रेजी अबाउट फुटबॉल, ये भी मेन क्लॉज है। बस ये की सीगा कि क्रेजी मैं कदों सी, वैन आई वॉज यंगर, ये हो गई डिपेंडेंट क्लॉज। सो आई वॉज क्रेजी अबाउट फुटबॉल वैन आई वॉज यंगर, ये एक कंपाउंड सेंटेंस है। नाल जो बट लगा के आई एम मोर इनटू क्रिकेट नाउ एक तीसरा सेंटेंस जोड़ दिता, ये हुण की बन गया कंपाउंड एंड कंपलैक्स बोथ। If it rains tomorrow, bring your umbrella or you might catch cold। 3 सेंटेंस हो गए। If it rains tomorrow डिपेंडेंट है क्योंकि ਇਹਦੇ ਨਾਲ ਕੀ ਲੱਗ ਗਿਆ if it rains tomorrow, ਇਹਦਾ ਕੰਪਲੀਟ ਮੀਨਿੰਗ ਨਹੀਂ ਨਿਕਲ ਰਿਹਾ। Bring your umbrella, ਹੁਣ ਇੱਥੇ ਕੀ ਹੈ, bring your umbrella, ਤੁਹਾਨੂੰ ਇਹ ਵੀ ਦੇਖਣ 'ਚ ਇਦਾਂ ਲੱਗ ਰਿਹਾ ਜਿੱਦਾਂ ਕਿ ਡਿਪੈਂਡੈਂਟ ਹੈ, ਪਰ ਇਹ ਕੀ ਹੈਗਾ, ਇੰਪੈਰੇਟਿਵ ਸੈਂਟੈਂਸ ਹੈ। ਇਹਦੇ ਵਿੱਚ ਬ੍ਰਿੰਗ ਯੂਅਰ ਅੰਬ੍ਰੇਲਾ ਆਪਾਂ ਕਿਸੇ ਨੂੰ ਸਲਾਹ ਦੇ ਰਹੇ ਹਾਂ। ਸੋ ਇਹਦੇ 'ਚ ਸਬਜੈਕਟ ਹੈਵ ਏ ਬਟ ਮਿਸਿੰਗ ਹੈ। ਸਬਜੈਕਟ ਇਹਦੇ 'ਚ ਕੀ ਹੋਏਗਾ, ਯੂ। ਇਫ ਇਟ ਰੇਨਸ ਟੁਮਾਰੋ ਯੂ ਬ੍ਰਿੰਗ ਯੂਅਰ ਅੰਬ੍ਰੇਲਾ, ਪਰ ਇੱਥੇ ਯੂ ਦੀ ਜ਼ਰੂਰਤ ਨਹੀਂ ਲੱਗ ਰਹੀ ਨਾ, ਫਿਰ ਆਪਾਂ ਨੇ ਸਿੱਧਾ ਸੈਂਟੈਂਸ ਸਟਾਰਟ ਕਰਤਾ ਕਿਉਂਕਿ ਇਹਦੇ 'ਚ ਆਪਾਂ ਉਹਨੂੰ ਕਹਿ ਰਹੇ ਹਾਂ ਨਾ, ਸਲਾਹ ਦੇ ਰਹੇ ਹਾਂ। ਬ੍ਰਿੰਗ ਯੂਅਰ ਅੰਬ੍ਰੇਲਾ ਔਰ ਯੂ ਮਾਈਟ ਕੈਚ
ਕੋਲਡ, ਨਹੀਂ ਤਾਂ ਤੁਹਾਨੂੰ ਠੰਡ ਲੱਗ ਜੂਗੀ। ਠੀਕ ਹੈ, ਸੋ 3 ਸੈਂਟੈਂਸ ਹੋ ਗਏ। ਇਫ ਇਟ ਰੇਨਸ ਟੁਮਾਰੋ ਬ੍ਰਿੰਗ ਯੂਅਰ ਅੰਬ੍ਰੇਲਾ ਔਰ ਯੂ ਮਾਈਟ ਕੈਚ ਕੋਲਡ। ਸੋ ਇਹਦੇ ਨਾਲ ਹੀ ਸਾਡੀ ਜਿਹੜੀ ਅੱਜ ਦੀ ਸੀਗੀ ਵੀਡੀਓ ਉਹ ਖਤਮ ਹੁੰਦੀ ਹੈ। ਆਈ ਹੋਪ ਯੂ ਲਾਈਕ ਦ ਵੀਡੀਓ। ਪੜ੍ਹਾਉਂਦੇ ਹੋਏ ਮੈਂ ਇੱਕ ਚੀਜ਼ ਆਬਜ਼ਰਵ ਕੀਤੀ ਹੈ ਕਿ ਜਿਹੜੇ ਕੋਆਰਡੀਨੇਟਿੰਗ ਕੰਜੰਕਸ਼ਨਸ ਹੈ ਔਰ ਸਬੋਰਡੀਨੇਟਿੰਗ ਕੰਜੰਕਸ਼ਨਸ ਹੈ ਉਹ ਵੀ ਸਪੈਸ਼ਲੀ ਤੁਹਾਨੂੰ ਪੜ੍ਹਾਉਣ ਦੀ ਜ਼ਰੂਰਤ ਹੈ। ਸੋ ਮੇਰੀ ਨੈਕਸਟ ਵੀਡੀਓ ਜਿਹੜੀ ਹੈ ਸਪੈਸ਼ਲੀ ਇਹਨਾਂ ਦੇ ਉੱਪਰ ਹੀ ਹੋਏਗੀ, ਜਿੱਦਾਂ ਕੋਆਰਡੀਨੇਟਿੰਗ ਕੰਜੰਕਸ਼ਨਸ ਜਿਹੜੇ ਫੈਨ ਬॉयਜ਼ ਵਾਲੇ ਵਰਡਸ ਨੇ, ਔਰ ਸਬੋਰਡੀਨੇਟਿੰਗ ਕੰਜੰਕਸ਼ਨਸ ਜਿੱਦਾਂ ਦੋ, ਆਲਦੋ, ਅਨਟਿਲ, ਅਨਲੈਸ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਆਪਾਂ ਨੈਕਸਟ ਵੀਡੀਓ ਦੇ ਵਿੱਚ ਪੜ੍ਹਾਵਾਂਗੇ ਤਾਂ ਕਿ ਪਿਕਚਰ ਜਿਹੜੀ ਹੈ ਤੁਹਾਡੇ ਲਈ ਹੋਰ ਜ਼ਿਆਦਾ ਕਲੀਅਰ ਹੋ ਸਕੇ। ਸੋ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਹੈ ਪਲੀਜ਼ ਕਮੈਂਟ ਕਰਕੇ ਲਾਈਕ ਕਰਨਾ ਜ਼ਰੂਰ, ਔਰ ਮੇਰਾ ਜਿਹੜਾ ਚੈਨਲ ਹੈ ਉਹਨੂੰ ਸਬਸਕ੍ਰਾਈਬ ਕਰੋ। ਥੈਂਕ ਯੂ ਵੈਰੀ ਮੱਚ।